ਨਾਵਲ ਇੱਕ ਹੋਰ ਨਵਾਂ ਸਾਲ ਦੀ ਸੰਖੇਪ ਕਹਾਣੀ। ਪਿਆਰੇ ਵਿਦਿਆਰਥੀਓ, 9ਵੀਂ ਅਤੇ 10ਵੀਂ ਜਮਾਤ ਪੰਜਾਬੀ ਵਿਸ਼ੇ ਦੇ ਸਿਲੇਬਸ ਵਿੱਚ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਸ਼੍ਰੀ ਨਰਿੰਜਨ ਤਸਨੀਮ ਜੀ ਦਾ ਨਾਵਲ ਇੱਕ ਹੋਰ ਨਵਾਂ ਸਾਲ ਸ਼ਾਮਲ ਹੈ। ਆਓ ਇਸ ਨਾਵਲ ਦੀ ਕਹਾਣੀ ਨੂੰ ਸੰਖੇਪ ਵਿੱਚ ਜਾਣੀਏ। ਨਾਵਲ ਇੱਕ ਹੋਰ ਨਵਾਂ ਸਾਲ ਦੇ 3 ਕਾਂਡ ਹਨ: ਸਵੇਰ, ਦੁਪਹਿਰ ਅਤੇ ਸ਼ਾਮ। ਨਾਵਲ ਦੀ ਸਾਰੀ ਕਹਾਣੀ ਨਵੇਂ ਸਾਲ ਦੇ ਪਹਿਲੇ ਦਿਨ ਵਾਪਰਦੀ ਹੈ। ਇਸ ਇੱਕ ਦਿਨ ਵਿੱਚ ਹੀ ਨਾਵਲ ਦੇ ਮੁੱਖ ਪਾਤਰ ਦਾ ਪੂਰਾ ਜੀਵਨ ਰੂਪਮਾਨ ਹੋ ਜਾਂਦਾ ਹੈ। ਇਸ ਨਾਵਲ ਦਾ ਮੁੱਖ ਪਾਤਰ ਬੰਤਾ ਹੈ। ਉਹ ਗਰੀਬ ਆਦਮੀ ਹੈ। ਉਹ ਅਣਖ ਵਾਲਾ ਹੈ। ਉਸ ਦੀ ਉਮਰ 30-35 ਸਾਲ ਹੈ। ਉਹ ਅੰਮ੍ਰਿਤਸਰ ਸ਼ਹਿਰ ਵਿਖੇ ਰਿਕਸ਼ਾ ਚਲਾ ਕੇ ਆਪਣਾ ਪਰਿਵਾਰ ਪਾਲਦਾ ਹੈ। ਉਹ ਸਵੇਰੇ ਤੜਕੇ ਉੱਠ ਕੇ ਰੇਲਵੇ ਸਟੇਸ਼ਨ 'ਤੇ ਕਾਲਕਾ ਮੇਲ ਦੀਆਂ ਸਵਾਰੀਆਂ ਚੁੱਕਣ ਜਾਂਦਾ ਹੈ। ਬੰਤੇ ਦਾ ਬਾਪ ਗਰੀਬ ਖੇਤ ਮਜ਼ਦੂਰ ਸੀ ਜੋ ਉਸ ਸਿਰ ਕਰਜ਼ਾ ਛੱਡ ਕੇ ਮਰਿਆ ਸੀ। ਤਾਰੋ ਬੰਤੇ ਦੀ ਪਤਨੀ ਹੈ। ਬੰਤੇ ਦੇ 3 ਬੱਚੇ ਹਨ, 2 ਕੁੜੀਆਂ ਅਤੇ 1 ਮੁੰਡਾ ਫੁੰਮਣ। ਬੰਤਾ ਆਪ ਤਾਂ 5ਵੀਂ ਫੇਲ ਸੀ, ਪਰ ਆਪਣੇ ਪੁੱਤਰ ਫੁੰਮਣ ਨੂੰ ਪੂਰੀਆਂ 14 ਜਮਾਤਾਂ ਪੜ੍ਹਾ ਕੇ ਵੱਡਾ ਆਦਮੀ ਬਣਾਉਣਾ ਚਾਹੁੰਦਾ ਹੈ। ਬੰਤਾ ਆਪਣੇ ਬੱਚਿਆਂ ਨੂੰ ਬੜਾ ਪਿਆਰ ਕਰਦਾ ਹੈ। ਬੰਤਾ ਆਪਣੀ ਪਤਨੀ ਤਾਰੋ ਨੂੰ ਵੀ ਖੁਸ਼ ਦੇਖਣਾ ਚਾਹੁੰਦਾ ਹੈ। ਉਸ ਦੇ ਪਾਟੇ ਕੱਪੜੇ ਦੇਖ ਕੇ ਬੰਤੇ ਨੂੰ ਦੁੱਖ ਹੁੰਦਾ ਹੈ। ਬੰਤਾ ਚਾਹੁੰਦਾ ਹੈ ਕਿ ਉਹ ਖੂਬ ਕਮਾਈ ਕਰੇ, ਚੰਗਾ ਘਰ ਬਣਾਵੇ, ਚੰਗਾ ਖਾਵੇ ਹੰਢਾਵੇ ਤੇ ਆਪਣੀ ਪਤਨੀ ਤਾਰੋ ਨੂੰ ਖੁਸ਼ ਰੱਖੇ। ਬੰਤਾ ਆਪਣੀ ਮਾਂ ਦਾ ਵੀ ਬੜਾ ਖਿਆਲ ਰੱਖਦਾ ਹੈ। ਬੰਤੇ ਦੀ ਮਾਂ ਤਾਰੋ ਨਾਲ ਨਾਰਾਜ਼ ਹੋ ਕੇ ਪਿੰਡ ਰਹਿਣ ਲੱਗਦੀ ਹੈ। ਬੰਤਾ 1-2 ਮਹੀਨਿਆਂ ਮਗਰੋਂ ਮਾਂ ਨੂੰ ਪਿੰਡ ਜਾ ਕੇ ਕੁਝ ਨਾ ਕੁਝ ਰੁਪਏ ਦੇ ਆਉਂਦਾ ਹੈ। ਬੰਤਾ ਸਮਝਦਾ ਹੈ ਕਿ ਬੰਦੇ ਦੇ ਜੀਵਨ ਵਿੱਚ ਪੜ੍ਹਾਈ ਬੜੀ ਜ਼ਰੂਰੀ ਹੈ। ਪੜ੍ਹਾਈ ਵਾਲੇ ਬੰਦੇ ਦੀ ਟੌਰ ਹੀ ਵੱਖਰੀ ਹੁੰਦੀ ਹੈ। ਬੰਤੇ ਨੂੰ ਇਸ ਗੱਲ ਦਾ ਝੋਰਾ ਸੀ ਕਿ ਗਰੀਬੀ ਕਾਰਨ ਉਹ ਬਹੁਤਾ ਪੜ੍ਹ ਨਹੀਂ ਸੀ ਸਕਿਆ। ਉਹ 5ਵੀਂ ਫੇਲ ਸੀ। ਨਾਵਲ ਵਿੱਚ ਅਸੀਂ ਵੇਖਦੇ ਹਾਂ ਕਿ ਬੰਤਾ ਆਪਣੇ ਗਰੀਬੀ ਭਰੇ ਜੀਵਨ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਉਸ ਦੇ ਜੀਵਨ ਵਿੱਚ ਛੋਟੀਆਂ-ਛੋਟੀਆਂ ਘਟਨਾਵਾਂ ਵਾਪਰਦੀਆਂ ਹਨ। ਇਹਨਾਂ ਘਟਨਾਵਾਂ ਦਾ ਬੰਤੇ ਦੇ ਮਨ 'ਤੇ ਬੜਾ ਅਸਰ ਪੈਂਦਾ ਹੈ। ਇਹ ਨਾਵਲ ਗਰੀਬ ਬੰਤੇ ਦੀ ਕਹਾਣੀ ਹੋਣ ਤੋਂ ਇਲਾਵਾ ਪੂਰੇ ਸਮਾਜ ਦੀ ਝਾਕੀ ਵੀ ਪੇਸ਼ ਕਰਦਾ ਹੈ। ਬੰਤੇ ਦੇ ਰਿਕਸ਼ੇ 'ਤੇ ਬੈਠੀਆਂ ਸਵਾਰੀਆਂ ਜਦ ਆਪਸ ਵਿੱਚ ਗੱਲਾਂ ਕਰਦੀਆਂ ਹਨ ਤਾਂ ਇਹਨਾਂ ਗੱਲਾਂ ਤੋਂ ਸਾਨੂੰ ਸਮਾਜ ਦੀ ਸੋਚ ਬਾਰੇ ਪਤਾ ਲੱਗਦਾ ਹੈ ਕਿ ਸਮਾਜ ਵਿੱਚ ਕੀ ਵਾਪਰ ਰਿਹਾ ਹੈ। ਬੰਤਾ ਇੱਕ ਪਛੜੀ ਹੋਈ ਜਾਤੀ ਦਾ ਪ੍ਰਤੀਨਿਧ ਹੈ। ਬੰਤਾ ਜੀਵਨ ਦੀਆਂ ਔਕੜਾਂ ਨਾਲ ਜੂਝ ਰਿਹਾ ਪਾਤਰ ਹੈ। ਗਰੀਬੀ ਨਾਲ ਜੂਝਦਾ ਹੋਇਆ ਉਹ ਕਦੇ ਵੀ ਹੌਸਲਾ ਨਹੀਂ ਹਾਰਦਾ। ਉਹ ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਇਸ ਨਾਵਲ ਰਾਹੀਂ ਨਾਵਲਕਾਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬੰਤੇ ਵਰਗੇ ਗਰੀਬ ਆਦਮੀ ਦੇ ਮਨ ਵਿੱਚ ਵੀ ਸਧਰਾਂ ਹਨ, ਅਰਮਾਨ ਹਨ। ਉਹ ਮਿਹਨਤ ਕਰਨ ਵਿੱਚ ਆਪਣੇ ਉੱਜਲ ਭਵਿੱਖ ਦੀ ਝਲਕ ਦੇਖਦਾ ਹੈ। ਬੰਤੇ ਦਾ ਜੀਵਨ ਰਿਕਸ਼ੇ ਦੇ ਪਹੀਏ ਵਾਂਗ ਹੈ, ਜਿਸ ਦਾ ਹਰ ਸਮੇਂ ਚੱਲਦਾ ਰਹਿਣਾ ਜ਼ਰੂਰੀ ਹੈ। ਸੋ ਪਿਆਰੇ ਵਿਦਿਆਰਥੀਓ, ਇਹ
ਇਸ ਨਾਵਲ ਦੀ ਸੰਖੇਪ ਕਹਾਣੀ ਹੈ। ਤੁਸੀਂ ਇਹ ਨਾਵਲ 2-3 ਵਾਰ ਚੰਗੀ ਤਰ੍ਹਾਂ ਪੜ੍ਹੋ ਤਾਂ ਜੋ ਤੁਸੀਂ ਨਾਵਲ ਦੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕੋ। ਜੇਕਰ ਤੁਸੀਂ ਸਾਰਾ ਨਾਵਲ ਪੜ੍ਹਿਆ ਹੋਵੇਗਾ ਤਾਂ ਹੀ ਤੁਸੀਂ ਨਾਵਲ ਵਿੱਚੋਂ ਪੁੱਛੇ ਗਏ ਪ੍ਰਸ਼ਨਾਂ ਦਾ ਜਵਾਬ ਵਧੀਆ ਢੰਗ ਨਾਲ ਦੇ ਸਕੋਗੇ। ਇਹ ਨਾਵਲ ਇੱਕ ਹੋਰ ਨਵਾਂ ਸਾਲ ਬੜਾ ਦਿਲਚਸਪ ਨਾਵਲ ਹੈ। ਇਸ ਨਾਵਲ ਨੂੰ ਪੂਰਾ ਪੜ੍ਹਨਾ ਚਾਹੀਦਾ ਹੈ।